Good morning, students. Today we will do various methods of valuation and verification of different assets. So first asset is intangible asset. Intangible asset means those assets to which we cannot touch and to which we cannot feel. So like goodwill. Goodwill is an intangible asset. It has no physical existence as such. It does not dimension value with the use. ਕੀ ਹੈ ਮੀਨਿੰਗ ਵੀ ਜਿਵੇਂ ਆਪਾਂ ਦੇਖੋ ਪਲਾਂਟ ਮਸ਼ੀਨਰੀ ਫਰਨੀਚਰ ਇਹ ਆਪਣੇ ਇੱਕ ਐਸਟਸ ਨੇ ਇਹਨਾਂ ਦੀ ਜਿਹੜੀ ਵੈਲਿਊ ਹੈ ਨਾ ਉਹ ਡੇ ਟੂ ਡੇ ਡਾਇਮੈਂਸ਼ਨ ਹੁੰਦੀ ਜਾਂਦੀ ਹੈ ਡਿਕਰੀਜ਼ ਹੁੰਦੀ ਜਾਂਦੀ ਹੈ ਬਟ ਜੋ ਆਪਣੀ ਗੁੱਡਵਿਲ ਹੈ ਇਹ ਇੱਕ ਆਪਣੀ ਕੀ ਹੈ ਇਨਟੈਂਜੀਬਲ ਐਸਟ ਹੈ ਮੀਨਸ ਟਾਈਮ ਟੂ ਟਾਈਮ ਜਿਹੜੀ ਇਸ ਦੀ ਵੈਲਿਊ ਹੈ ਉਹ ਡਿਕਰੀਜ਼ ਨਹੀਂ ਹੁੰਦੀ ਤਾਂ ਗੁੱਡਵਿਲ ਸ਼ੁੱਡ ਅਪੀਅਰ ਐਜ਼ ਐਨ ਐਸਟ ਇਨ ਦਾ ਬੈਲੈਂਸ ਸ਼ੀਟ ਆਪਾਂ ਦੇਖੋ ਜਦੋਂ ਬੈਲੈਂਸ ਸ਼ੀਟ ਪ੍ਰੀਪੇਅਰ ਕਰਦੇ ਹਾਂ ਤਾਂ ਆਪਾਂ ਗੁੱਡਵਿਲ ਨੂੰ ਪੋਸਟ ਕਰਦੇ ਹਾਂ ਇਟ ਹੈਜ਼ ਬੀਨ ਪਰਚੇਜ਼ਡ ਵੈਨ ਦਾ ਪ੍ਰਾਈਸ ਆਫ ਗੁੱਡਵਿਲ ਹੈਜ਼ ਨੋਟ ਬੀਨ ਸਪੈਸ਼ਲਾਈਜ਼ਡ ਦੇਖੋ ਗੁੱਡਵਿਲ ਦੇ ਦੋ ਹੀ ਮੈਥਡਸ ਹੁੰਦੇ ਨੇ ਕਿ ਵੀ ਜੇ ਤਾਂ ਆਪਾਂ ਨੇ ਗੁੱਡਵਿਲ ਨੂੰ ਕਿਤੋਂ ਪਰਚੇਜ਼ ਕੀਤਾ ਤਾਂ ਆਪਾਂ ਪਰਚੇਜ਼ ਪ੍ਰਾਈਸ ਕਰ ਦਿੰਦੇ ਹਾਂ ਜੇ ਕਿ ਆਪਣੀ ਸੈਲਫ ਜਨਰੇਟਡ ਗੁੱਡਵਿਲ ਹੁੰਦੀ ਹੈ ਮੀਨਸ ਆਪਾਂ ਇਹਨੂੰ ਕਿਤੋਂ ਨਹੀਂ ਲਿਆ ਹੈਗਾ ਕਿਤੋਂ ਰੇਸ ਨਹੀਂ ਕੀਤਾ ਆਪਣੀ ਖੁਦ ਦੀ ਗੁੱਡਵਿਲ ਹੈ ਖੁਦ ਦੀ ਰੈਪੂਟੇਸ਼ਨ ਹੈ ਤਾਂ ਜਿਹੜੀ ਆਪਣੀ COA ਹੁੰਦੀ ਹੈ ਮੀਨਸ ਕਾਸਟ ਆਫ ਐਕੁਆਈਜੀਸ਼ਨ ਹੁੰਦੀ ਹੈ ਉਹ ਹੁੰਦੀ ਹੈ ਨਿਲ ਤਾਂ ਆਪਾਂ ਇਸ ਨੂੰ ਇਸੇ ਵੇ ਦੇ ਵਿੱਚ ਜਿਹੜੀ ਬੈਲੈਂਸ ਸ਼ੀਟ ਦੇ ਵਿੱਚ ਪੋਸਟ ਕਰਨਾ ਹੁੰਦਾ ਅਤੇ ਇਸੇ ਵੇ ਦੇ ਵਿੱਚ ਆਡੀਟਰ ਨੇ ਇਸ ਦੀ ਵੈਰੀਫਿਕੇਸ਼ਨ ਕਰਨੀ ਹੁੰਦੀ ਹੈ ਵੈਰੀਫਿਕੇਸ਼ਨ ਆਪਾਂ ਕਿਸ ਤਰ੍ਹਾਂ ਕਰਦੇ ਹਾਂ ਵੇਅਰ ਗੁੱਡਵਿਲ ਹੈਜ਼ ਬੀਨ ਪਰਚੇਜ਼ਡ ਅਲੋਂਗ ਵਿਦ ਦਾ ਰਨਿੰਗ ਬਿਜ਼ਨਸ ਸੱਚ ਸ਼ੁੱਡ ਬੀ ਵੈਰੀਫਾਈਡ ਜਦੋਂ ਆਪਾਂ ਗੁੱਡਵਿਲ ਪਰਚੇਜ਼ ਕਰ ਰਹੇ ਹਾਂ ਕਿਸੇ ਰਨਿੰਗ ਬਿਜ਼ਨਸ ਦੀ ਤਾਂ ਆਪਾਂ ਇਸ ਨੂੰ ਕੀ ਕਰਨਾ ਵੈਰੀਫਾਈ ਕਰਨਾ ਵੈਲੂਏਸ਼ਨ ਕਿਸ ਤਰ੍ਹਾਂ ਕਰਨੀ ਹੈ ਗੁੱਡਵਿਲ ਸ਼ੁੱਡ ਬੀ ਵੈਲਿਊਡ ਐਟ ਕਾਸਟ ਲੈਸ ਅਮਾਊਂਟ ਰਿਟਨ ਆਫ ਆਪਾਂ ਕੀਤੇ ਹੋਏ ਨੇ ਨਾ ਕੁਐਸਚਨਸ ਵਗੈਰਾ ਦੇਖੋ ਅਕਾਊਂਟਸ ਦੇ ਵਿੱਚ ਵੀ ਗੁੱਡਵਿਲ ਰਾਈਟ ਆਫ ਹੋ ਗਈ ਰਾਈਟ ਆਫ ਦਾ ਮਤਲਬ ਇਹ ਹੁੰਦਾ ਵੀ ਜਦੋਂ ਆਪਾਂ ਇੱਕ ਚੀਜ਼ ਨੂੰ ਕੀ ਕਰਦੇ ਹੁੰਦੇ ਹਾਂ ਡੈਬਿਟ ਟੂ ਕ੍ਰੈਡਿਟ ਕਰਦੇ ਹਾਂ ਜਾਂ ਫਿਰ ਕ੍ਰੈਡਿਟ ਟੂ ਡੈਬਿਟ ਕਰਦੇ ਹਾਂ ਚਾਹੇ ਆਪਾਂ ਉਸ ਚੀਜ਼ ਨੂੰ ਕੀ ਕਹਿ ਸਕਦੇ ਹਾਂ ਰਾਈਟ ਆਫ ਕਰਨਾ ਤਾਂ ਵੈਲੂਏਸ਼ਨ ਦਾ ਮੀਨਿੰਗ ਕਿ ਜਿਹੜੀ ਗੁੱਡਵਿਲ ਆਪਣੀ ਉਹ ਵੈਲਿਊਡ ਐਟ ਕਾਸਟ ਲੈਸ ਮੀਨਸ ਕਾਸਟ ਮਾਈਨਸ ਅਮਾਊਂਟ ਰਿਟਨ ਆਫ ਦੇ ਨਾਲ ਆਪਾਂ ਨੂੰ ਕੀ ਕਰਨਾ ਹੁੰਦਾ ਵੈਲੂਏਸ਼ਨ ਕਰਨਾ ਹੁੰਦਾ ਨੈਕਸਟ ਪੁਆਇੰਟ ਇਜ਼ ਪੇਟੈਂਟ ਪੇਟੈਂਟ ਕੀ ਹੁੰਦਾ ਇੱਕ ਐਕਸਕਲੂਸਿਵ ਰਾਈਟ ਹੁੰਦਾ ਮੀਨਸ ਕਿਸੇ ਪਰਸਨ ਕੋਲ ਕਿਸੇ ਚੀਜ਼ ਨੂੰ ਬਣਾਉਣ ਦਾ ਪੇਟੈਂਟ ਹੈ ਤਾਂ ਦੇਖੋ ਜਦੋਂ ਆਪਣਾ ਪੇਟੈਂਟ ਕਿਸੇ ਨੂੰ ਟਰਾਂਸਫਰ ਕਰ ਦਿੰਦਾ ਤਾਂ ਉਹ ਫਰੈਂਚਾਈਜ਼ਿੰਗ ਹੈ ਮੀਨਸ ਆਪਣਾ ਉਹਨੇ ਰਾਈਟ ਟਰਾਂਸਫਰ ਕਰ ਦਿੱਤਾ ਠੀਕ ਹੈ ਬਟ ਵੈਸੇ ਕੀ ਹੁੰਦਾ ਪੇਟੈਂਟ ਵੀ ਜਿਹੜੇ ਪਰਸਨ ਦਾ ਐਕਸਕਲੂਸਿਵ ਰਾਈਟ ਹੈ ਸਿਰਫ ਉਹ ਚੀਜ਼ ਨੂੰ ਕੀ ਕਰ ਸਕਦਾ ਪ੍ਰੀਪੇਅਰ ਕਰ ਸਕਦਾ ਤਾਂ ਪੇਟੈਂਟਸ ਨੂੰ ਆਪਾਂ ਕਿਸ ਤਰ੍ਹਾਂ ਚੈੱਕਆਊਟ ਕਰ ਸਕਦੇ ਹਾਂ ਪਰਚੇਜ਼ਸ ਨੇ ਜਾਂ ਡਿਵੈਲਪਮੈਂਟ ਰਿਸਰਚ ਦੇ ਐਕਸਪੈਂਸਿਸ ਵੈਲੂਏਸ਼ਨ ਦਾ ਦੇਖਾਂਗੇ ਆਪਾਂ ਜਿਹੜਾ ਆਪਣੇ ਪੇਟੈਂਟ ਹੈ ਇੱਕ ਪੇਟੈਂਟ ਹੁੰਦਾ ਟ੍ਰੇਡਮਾਰਕ ਹੁੰਦੇ ਨੇ ਕਾਪੀਰਾਈਟਸ ਇਹ ਆਪਣੀਆਂ ਸਾਰੀਆਂ ਹੁੰਦੀਆਂ ਨੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਜੇ ਆਪਾਂ ਗੱਲ ਕਰੀਏ ਪੇਟੈਂਟ ਦੀ ਤਾਂ ਜਿਹੜਾ ਪੇਟੈਂਟ ਹੈ ਉਸ ਦਾ ਟਾਈਮ ਪੀਰੀਅਡ ਹੁੰਦਾ 20 ਈਅਰਸ ਤੱਕ ਦਾ ਵੀ ਜੇ ਆਪਾਂ ਨੇ ਇੱਕ ਵਾਰ ਕਿਸੇ ਪ੍ਰੋਡਕਟ ਨੂੰ ਪ੍ਰੋਡਿਊਸ ਕਰਨ ਦਾ ਪੇਟੈਂਟ ਲੈ ਲਿਆ ਹੈ ਗਵਰਨਮੈਂਟ ਤੋਂ ਤਾਂ ਆਪਾਂ 20 ਈਅਰਸ ਤੱਕ ਉਸ ਨੂੰ ਵਿਦਆਊਟ ਰੀਨਿਊ ਯੂਜ਼ ਕਰ ਸਕਦੇ ਹਾਂ ਬਟ 20 ਈਅਰਸ ਦੇ ਬਾਅਦ ਆਪਾਂ ਨੂੰ ਰੀਨਿਊ ਕਰਵਾਉਣਾ ਪੈਂਦਾ ਅਤੇ ਜੋ ਹੁੰਦਾ ਆਪਣਾ ਕਾਪੀਰਾਈਟ ਇਸ ਦਾ ਟਾਈਮ ਪੀਰੀਅਡ ਹੁੰਦਾ ਆਈ ਥਿੰਕ 10 ਈਅਰਸ ਤਾਂ ਵੈਲੂਏਸ਼ਨ ਦੇਖੋ ਲੈਪਸ ਆਫ ਟਾਈਮ ਹੁਣ ਆਡੀਟਰ ਨੇ ਆ ਕੇ ਵੀ ਦੇਖਣਾ ਵੀ ਜਿਹੜਾ ਇਹ ਪੇਟੈਂਟ ਯੂਜ਼ ਕਰ ਰਹੇ ਨੇ ਉਹ ਲੈਪਸ ਆਫ ਟਾਈਮ ਕਿਤੇ ਉਹ 20 ਈਅਰਸ ਤੋਂ ਅਬਵ ਤਾਂ ਨਹੀਂ ਹੋ ਗਿਆ ਤਾਂ ਉਹਨਾਂ ਨੂੰ ਰੀਨਿਊ ਕਰਵਾਉਣ ਦੀ ਜ਼ਰੂਰਤ ਹੈ ਆਬਸੋਲੀਸੈਂਸ ਤਾਂ ਨਹੀਂ ਹੋ ਗਿਆ ਜਾਂ ਫਿਰ ਆਊਟ ਆਫ ਫੈਸ਼ਨ ਤਾਂ ਨਹੀਂ ਹੋ ਗਿਆ ਆਪਾਂ ਨੇ ਉਸ ਚੀਜ਼ ਦਾ ਪੇਟੈਂਟ ਲੈ ਰੱਖਿਆ ਹੈ ਜਿਸ ਦੀ ਹੁਣ ਮਾਰਕੀਟ ਦੇ ਵਿੱਚ ਕੋਈ ਡਿਮਾਂਡ ਹੀ ਨਹੀਂ ਤਾਂ ਇਹ ਸਭ ਚੀਜ਼ਾਂ ਵੀ ਕੀ ਕਰਨੇ ਨੇ ਆਡੀਟਰ ਨੇ ਆ ਕੇ ਵੈਲੂਏਸ਼ਨ ਕਰਨੇ ਨੇ ਵੈਰੀਫਿਕੇਸ਼ਨ ਕਰਨੇ ਨੇ ਨੈਕਸਟ ਇਜ਼ ਟ੍ਰੇਡਮਾਰਕ ਆਪਾਂ ਕਿਸ ਚੀਜ਼ ਦਾ ਬੁੱਕਸ ਵਗੈਰਾ ਦਾ ਜਿਵੇਂ ਆਰਟਿਸਟ ਵਗੈਰਾ ਹੋ ਗਏ ਫਿਲਮ ਆਰਟਿਸਟ ਵਗੈਰਾ ਹੋ ਗਏ ਜਾਂ ਪੇਂਟਿੰਗ ਵਗੈਰਾ ਪੇਂਟਿੰਗ ਸਕ੍ਰਿਪਚਰਸ ਹੋ ਗਏ ਇਹ ਸਾਰੇ ਆਪਣਾ ਇੱਕ ਟ੍ਰੇਡਮਾਰਕ ਕ੍ਰੀਏਟ ਕਰ ਲੈਂਦੇ ਨੇ ਆਪਣੇ ਆਪ ਦੇ ਲਈ ਤਾਂ ਆਪਾਂ ਕਹਿ ਸਕਦੇ ਹਾਂ ਵੀ ਟ੍ਰੇਡਮਾਰਕ ਕੀ ਹੈ ਇੱਕ ਡਿਸਟਿੰਕਟਿਵ ਮਾਰਕ ਅਟੈਚ ਟੂ ਗੁੱਡਸ offered for sale in the market so as to distinguish the same from similar goods ਤਾਂ ਆਪਾਂ ਨੇ ਜਿਹੜਾ ਟ੍ਰੇਡਮਾਰਕ ਆਪਾਂ ਇਸ ਦੇ ਨਾਲ ਹੋਰ ਗੁੱਡਸ ਤੋਂ ਕੀ ਹੋ ਜਾਂਦੇ ਥੋੜ੍ਹੇ ਜਿਹੇ ਡਿਸਟਿੰਕਟਿਵ ਹੋ ਜਾਂਦੇ ਆ ਡਿਫਰੈਂਟ ਹੋ ਜਾਂਦੇ ਆ ਦੈਨ ਆਡੀਟਰ ਨੇ ਕੀ ਕਰਨੀ ਹੈ ਇਸ ਦਾ ਵੀ ਦੇਖਣਾ ਸੋਲਿਸੈਂਸ ਟਾਈਮ ਅਤੇ ਇਸ ਦਾ ਵੀ ਲੈਪਸ ਆਫ ਟਾਈਮ ਚੈੱਕ ਕਰਨਾ ਹੈ ਪ੍ਰੋਪਰ ਡਿਸਟਿੰਕਸ਼ਨ ਹੈ ਜਾਂ ਨਹੀਂ ਹੈ ਕੈਪੀਟਲ ਅਤੇ ਰੈਵਨਿਊ ਦੇ ਵਿੱਚ ਨੈਕਸਟ ਨੇ ਫਿਕਸਡ ਐਸਟਸ ਲਾਈਕ ਬਿਲਡਿੰਗ ਲੈਂਡ ਇਹਨਾਂ ਦੀ ਉਸਨੇ ਕੀ ਦੇਖਣੀ ਹੈ ਐਗਜ਼ਿਸਟੈਂਸ ਚੈੱਕ ਕਰਨੀ ਹੈ ਆਡੀਟਰ ਨੇ ਨੈਕਸਟ ਕੀ ਹੈ ਮੌਰਟੇਜਡ ਪ੍ਰੋਪਰਟੀ ਮੌਰਟੇਜ ਕੀ ਹੁੰਦਾ ਹੈ ਦੇਖੋ ਇਹ ਤਿੰਨੇ ਟਰਮਸ ਹੁੰਦੀਆਂ ਨੇਗੀਆਂ ਲੋਨ ਵਗੈਰਾ ਲੈਣ ਦੀਆਂ ਬੈਂਕਿੰਗ 'ਚੋਂ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੋਂ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਇੱਕ ਤਾਂ ਹੁੰਦੀ ਹੈ ਹਾਈਪੋਥੀਕੇਸ਼ਨ ਇੱਕ ਹੁੰਦਾ ਪਲੈਜ ਅਤੇ ਇੱਕ ਹੁੰਦਾ ਮੌਰਟੇਜ ਹਾਈਪੋਥੀਕੇਸ਼ਨ ਦੇ ਵਿੱਚ ਇਹ ਹੁੰਦਾ ਹੈ ਵੀ ਜਦੋਂ ਆਪਾਂ ਕਿਸੇ ਇਨਟੈਂਜੀਬਲ ਐਸਟ ਨੂੰ ਸ਼ੋਅ ਕਰਕੇ ਬੈਂਕ ਤੋਂ ਲੋਨ ਲੈ ਲੈਂਦੇ ਹਾਂ ਦੇਖੋ ਜੇ ਹੁਣ ਆਪਣੇ ਕੋਲ ਲੈਂਡ ਹੈ ₹5 ਲੱਖ ਦੀ ਆਪਾਂ ਬੈਂਕ ਨੂੰ ਸ਼ੋਅ ਕਰ ਦਿੱਤਾ ਵੀ ਸਾਡੇ ਕੋਲ ਲੈਂਡ ਹੈਗੀ ਹੈ ਇਨਟੈਂਜੀਬਲ ਐਸਟ ਹੈਗਾ ਤਾਂ ਆਪਾਂ ਲੋਨ ਲੈ ਲੈਣਾ ਬੈਂਕ ਤੋਂ ਤਾਂ ਉਹ ਕੀ ਹੈ ਹਾਈਪੋਥੀਕੇਸ਼ਨ ਹੈ ਪਲੈਜ ਦੇ ਵਿੱਚ ਕੀ ਹੁੰਦਾ ਗਿਰਵੀ ਰੱਖਣਾ ਜਦੋਂ ਆਪਾਂ ਆਪਣੀ
ਚੀਜ਼ ਕਿਸੇ ਨੂੰ ਟ੍ਰਾਂਸਫਰ ਕਰ ਰਹੇ ਹਾਂ, ਜਿਵੇਂ ਆਪਾਂ ਬੈਂਕ ਤੋਂ ਲੋਨ ਲੈ ਰਹੇ ਹਾਂ, ਆਪਾਂ ਬੈਂਕ ਦੇ ਵਿੱਚ ਗੋਲਡ ਗਿਰਵੀ ਰੱਖ ਦਿੱਤਾ ਤਾਂ ਉਹ ਪਲੈਜ ਹੈ। ਬਟ ਜੇ ਆਪਾਂ ਗੱਲ ਕਰੀਏ ਮੌਰਟਗੇਜ ਦੀ, ਮੌਰਟਗੇਜ ਦੇ ਵਿੱਚ ਆਪਾਂ ਚੀਜ਼ ਤਾਂ ਆਪਣੇ ਕੋਲ ਹੀ ਰਹਿੰਦੀ ਹੈ, ਪੋਸੈਸ਼ਨ ਆਪਣੇ ਕੋਲ ਹੀ ਰਹਿੰਦੀ ਹੈ, ਆਪਾਂ ਓਨਰਸ਼ਿਪ ਟ੍ਰਾਂਸਫਰ ਕਰ ਦਿੰਦੇ ਉਸਦੀ। ਓਨਰਸ਼ਿਪ ਕਿਵੇਂ ਵੀ ਆਪਾਂ ਨੇ ਆਪਣੀ ਜਿਹੜੀ ਪ੍ਰੋਪਰਟੀ ਸੀ ਉਸਦੇ ਲੀਗਲ ਡਾਕੂਮੈਂਟਸ ਬੈਂਕ ਦੇ ਸਾਹਮਣੇ ਗਿਰਵੀ ਰੱਖ ਦਿੱਤੇ ਬੈਂਕ ਦੇ ਵਿੱਚ, ਤਾਂ ਜਦੋਂ ਆਪਾਂ ਉਹਨਾਂ ਦੀ ਅਮਾਊਂਟ ਪੇ ਕਰ ਦਾਂਗੇ ਲੋਨ ਦੀ ਤਾਂ ਆਪਾਂ ਨੂੰ ਆਪਣਾ ਐਸੈਟ ਜਾਂ ਆਪਣੇ ਡਾਕੂਮੈਂਟਸ ਦੇ ਦੇਣਗੇ, ਅਦਰਵਾਈਜ਼ ਉਹਨਾਂ ਦੀ ਪੋਸੈਸ਼ਨ ਦੇ ਵਿੱਚ ਉਹਨਾਂ ਦੀ ਓਨਰਸ਼ਿਪ ਦੇ ਵਿੱਚ ਰਹਿਣਗੇ। ਤਾਂ ਮੌਰਟਗੇਜ ਪ੍ਰੋਪਰਟੀ ਜਿਹੜੀ ਇਹਨਾਂ ਦੀ ਵੀ ਪ੍ਰੋਪਰ ਵੈਲਿਊਏਸ਼ਨ ਅਤੇ ਵੈਰੀਫਿਕੇਸ਼ਨ ਕਰਨੀ ਇੱਕ ਆਡੀਟਰ ਨੇ ਆ ਕੇ। ਇਹ ਸਾਰੇ ਐਸੈਟਸ ਹੋ ਗਏ, ਫਰੀ ਹੋਲਡ ਹੋ ਗਏ, ਬਿਲਡਿੰਗ ਮਸ਼ੀਨਰੀ ਵਗੈਰਾ, ਇਹਦੇ ਵਿੱਚ ਬਿਲਕੁਲ ਈਜ਼ੀ ਜਿਹੇ ਪੁਆਇੰਟਸ ਨੇ। ਜਿਵੇਂ ਜੇ ਆਪਾਂ ਪਲਾਂਟ ਐਂਡ ਮਸ਼ੀਨਰੀ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਹੋਏਗਾ, ਉਹ ਨੇਚਰ ਦੇਖੇਗਾ, ਲੋਕੇਸ਼ਨ ਦੇਖੇਗਾ ਪਲਾਂਟ ਦੀ, ਠੀਕ ਹੈ, ਉਸ ਦਾ ਐਕਸਪੈਕਟਡ ਲਾਈਫ ਟਾਈਮ ਦੇਖੇਗਾ, ਡੈਪਰੀਸੀਏਸ਼ਨ ਕਿੰਨੀ ਲੱਗੀ ਹੈ। ਸੇਮ ਮਸ਼ੀਨਰੀ ਦੇ ਵਿੱਚ ਉਹਨੇ ਕੀ ਦੇਖਣਾ ਵੀ ਹਾਇਰ ਪਰਚੇਜ਼ਸ ਬੇਸ 'ਤੇ ਹੈ ਜਾਂ ਲੀਜ਼ਿੰਗ ਵਗੈਰਾ ਦਾ, ਉਹ ਸਭ ਚੈੱਕਆਊਟ ਕਰਨਾ। ਨੈਕਸਟ ਕੈਸ਼ ਇਨ ਹੈਂਡ ਫਲੋਟਿੰਗ ਐਸੈਟਸ ਹੋ ਗਏ ਜਾਂ ਆਪਣੇ ਕਰੰਟ ਐਸੈਟਸ ਹੋ ਗਏ, ਇਹਦੇ ਵਿੱਚ ਕੀ ਆ ਜਾਏਗਾ, ਬਿਲਸ ਰਿਸੀਵੇਬਲਸ ਵਗੈਰਾ ਆ ਜਾਣਗੇ। ਤਾਂ ਤੁਸੀਂ ਕੀ ਕਰਨਾ ਹੈ, ਇਹ ਸਾਰੇ ਫਲੋਟਿੰਗ ਐਸੈਟਸ ਜਿਹੜੇ ਰਹਿ ਗਏ ਕਰੰਟ ਐਸੈਟਸ, ਮੈਥਡਸ ਆਫ ਸਟਾਕ ਇਨ ਟਰੇਡ ਤੋਂ ਪਹਿਲਾਂ ਇਹ ਸਿਰਫ 1-2 ਪੇਜਿਸ ਹੀ ਨੇ, ਆਈ ਥਿੰਕ 3 ਹੋਣਗੇ ਜਾਂ 2 ਹੋਣਗੇ। ਇਹਨਾਂ ਨੂੰ ਇੱਕ ਵਾਰ ਤੁਸੀਂ ਕੀ ਕਰਨਾ, ਰੀਡ ਕਰਨਾ, ਕੋਈ ਵੀ ਡਾਊਟ ਹੈ ਤਾਂ ਪੁੱਛ ਲਿਓ, ਨਹੀਂ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ ਮੈਥਡਸ ਆਫ ਸਟਾਕ ਇਨ ਟਰੇਡ ਕਰਾਂਗੇ। ਥੈਂਕ ਯੂ।